ਯਾਰ ਕੀ ਕਹਾਂ ਬਈ, ਯਾਰ ਮਨ ਇੰਨਾ ਕੁ ਦੁਖੀ ਹੋਇਆ ਪਿਆ। ਉਹ 'ਚ ਜੱਜ ਨੇ ਲਿਖਿਆ ਸੀਗਾ ਕਿ ਇਹ ਬੰਦਾ ਗਰਾਊਂਡ ਤਿਆਰ ਕਰ ਰਿਹਾ, ਇਹਨਾਂ ਨੇ ਰਾਜਨੀਤੀ 'ਚ ਆਉਣਾ ਹੈ। ਬਾਪੂ ਦੇ ਸਿਵਿਆਂ ਨੂੰ ਨਿੱਤ ਤੱਤਾ ਕਰਦੇ ਆ, ਨਿੱਤ ਉੱਤੇ ਅੱਗ ਤੇ ਸਿਵਿਆਂ ਤੇ ਹੱਥ ਸੇਕਦੇ ਆ। ਜਦੋਂ ਅਫਸਰ ਦੀ ਕੁਰਸੀ ਤੇ ਸੀਗੇ ਉਦੋਂ ਅਸੀਂ ਲੋਕਾਂ ਨੂੰ ਇਹ ਸਮਝਾ ਸਕਦੇ ਸੀ ਬਈ ਇੱਕ ਜੱਜ ਵੱਲੋਂ ਇੱਕ ਪੋਲੀਟੀਸ਼ੀਅਨ ਬੰਦੇ ਤੇ ਲਿਖੀ ਗਈ ਆ, ਉਹ ਬੰਦਾ ਪੋਲੀਟੀਸ਼ੀਅਨ ਨਹੀਂ ਆ, ਉਹ ਅਫਸਰ ਹੈ ਜੀ। ਪਰ ਅੱਜ ਉਹ ਬੰਦਾ ਪੋਲੀਟੀਸ਼ੀਅਨ ਹੈ ਤੇ ਜੱਜ ਹੀ ਹੈ। 4.5 ਸਾਲ ਦਾ ਜਿਹੜੀ ਪੋਲੀਟੀਸ਼ੀਅਨ, ਜਿਹੜੀ ਸਰਕਾਰ ਇਸ ਚੀਜ਼ ਨੂੰ ਲੈ ਕੇ ਆਈ ਸੀ, ਉਹ ਨਹੀਂ ਇਨਸਾਫ ਲੈ ਕੇ ਦੇ ਸਕੀ ਤੇ ਨਵੇਂ ਕਿੱਥੋਂ ਲੈਣਗੇ। ਹਰ ਵਾਰ ਹੀ ਮਾਰੇ ਗਏ, ਹੁਣ ਵੀ ਬਾਈ ਮਾਰੇ ਗਏ। ਮੈਂ ਤਾਂ ਲਿਖਿਆ, ਮੈਨੂੰ ਮਜਬੂਰਨ ਲਿਖਣਾ ਪਿਆ। ਘੱਟੋ ਘੱਟ ਵੀ ਮੈਂ 10-15 ਵਾਰ ਤਾਂ ਬਾਈ ਲਿਖ ਕੇ ਢਾਇਆ, ਲਿਖਾਂ ਨਾ ਲਿਖਾਂ, ਸੋਚਾਂ ਕੀ ਆ, ਫਿਰ ਦੇਖਾਂ। ਟਵੀਟ ਕਰਦੇ ਸੀ ਸਾਨੂੰ ਬੇਅਦਬੀ ਦਾ ਇਨਸਾਫ ਪਹਿਲਾਂ, ਕੁਰਸੀ ਬਾਅਦ 'ਚ। ਬੇਅਦਬੀ ਪਹਿਲਾਂ, ਕੁਰਸੀ ਬਾਅਦ 'ਚ। ਲੋਕਾਂ ਦੇ ਨਾਲ ਖੜੇ ਰਹਾਂਗੇ ਜੀ। ਪਰ ਮੈਂ ਉਹਨਾਂ ਸਾਰੇ ਲੀਡਰਾਂ ਨੂੰ ਤੁਹਾਡੇ ਮਾਧਿਅਮ ਰਾਹੀਂ ਸਵਾਲ ਪੁੱਛਦਾ ਹਾਂ, ਨਵੀਂ ਸਰਕਾਰ ਬਣਾਉਣ ਦੇ ਲਈ ਅਸੀਂ ਫਿਰ ਉਹੀ ਬੇਅਦਬੀ ਦਾ ਸਹਾਰਾ ਲੈ ਰਹੇ ਹਾਂ। ਫਿਰ ਕਦੇ ਪੁੱਛੋ ਉਹਨਾਂ ਲੋਕਾਂ ਨੂੰ ਜਿਨ੍ਹਾਂ ਦਾ ਦਰਦ ਇਹ ਹੋਇਆ, ਜਿਨ੍ਹਾਂ ਦੇ ਘਰੇ ਬੀਤ ਰਹੀ ਆ। ਕਹਿਣਾ ਸੌਖਾ, ਮੈਨੂੰ ਵੀ ਬਹੁਤ ਕਹਿਣਗੇ ਵੀ ਇਹ ਹਰ ਇੱਕ 'ਤੇ ਐਲੀਗੇਸ਼ਨ ਲਾ ਦਿੰਦਾ, ਬੋਲ ਦਿੰਦਾ। ਮੈਂ ਅੱਜ ਵੀ ਕਹਿਣਾ, ਜਿਹੜਾ ਬੰਦਾ ਸਹੀ ਹੋਊਗਾ ਉਹਦੇ ਨਾਲ ਸਹੀ, ਉਹਨਾਂ ਟਾਈਮ ਸਹੀ ਰਵਾਂਗੇ ਜਿੰਨਾ ਟਾਈਮ ਉਹ ਸਹੀ ਚੱਲੂਗਾ। ਇੱਕ ਬੰਦੇ ਤੇ ਆਸ ਲਾਈ ਸੀ ਯਾਰ, ਆਸ ਖਤਮ ਕਰਤੀ ਬਾਈ ਉਹ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਆਰਐਮਬੀ ਟੈਲੀਵਿਜ਼ਨ। ਮੈਂ ਰਤਨਦੀਪ ਸਿੰਘ ਧਾਲੀਵਾਲ। ਪੰਜਾਬ ਦੀ ਸਿਆਸਤ ਦੇ ਵਿੱਚ ਬੜਾ ਕੁਝ ਚੱਲ ਰਿਹਾ ਅੱਜ ਕੱਲ੍ਹ। ਰਾਜਨੀਤਿਕ ਮਾਹਰ ਕਹਿੰਦੇ ਨੇ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਪੰਜਾਬ ਦੀ ਸਿਆਸਤ ਦੇ ਵਿੱਚ ਬੜੀਆਂ ਹੋਰ ਡਿਵੈਲਪਮੈਂਟਸ ਹੋਣੀਆਂ ਗੀਆਂ। ਪਰ ਜੇ ਅੱਜ ਦੀ ਅਸੀਂ ਵੱਡੀ ਖਬਰ ਦੀ ਗੱਲ ਕਰਦੇ ਹਾਂ, ਜੇ ਕੁੰਵਰ ਵਿਜੇ ਪ੍ਰਤਾਪ ਜਿਹੜੇ ਪਿਛਲੇ ਦਿਨਾਂ ਤੋਂ ਚਰਚਾ ਦੇ ਵਿੱਚ ਬਣੇ ਰਹੇ ਸੀ, ਪਰ ਹੁਣ ਉਹ ਚਰਚਾ ਦੀਆਂ ਗੱਲਾਂ, ਖਾਸ ਕਰਕੇ ਸ਼੍ਰੋਮਣੀ ਅਕਾਲੀ ਦਲ ਜਿਹੜੇ ਇਲਜ਼ਾਮ ਲਾਉਂਦੇ ਸੀ ਕੁੰਵਰ ਵਿਜੇ ਪ੍ਰਤਾਪ ਦੇ ਉੱਤੇ, ਉਹ ਗੱਲਾਂ ਸੱਚ ਹੋ ਗਈਆਂ। ਕੁੰਵਰ ਵਿਜੇ ਪ੍ਰਤਾਪ ਆਮ ਆਦਮੀ ਪਾਰਟੀ ਦੇ ਨਾਲ ਸ਼ਾਮਲ ਹੋ ਚੁੱਕੇ ਨੇ। ਕੇਜਰੀਵਾਲ ਜੀ ਅੰਮ੍ਰਿਤਸਰ ਆਏ ਨੇ। ਪਰ ਦੂਜੇ ਪਾਸੇ ਜੇ ਅਸੀਂ ਗੱਲ ਕਰਦੇ ਹਾਂ ਉਹਨਾਂ ਪਰਿਵਾਰਾਂ ਦੀ, ਜਿਨ੍ਹਾਂ ਪਰਿਵਾਰਾਂ ਦੇ ਜੀ ਸ਼ਹੀਦ ਹੋਏ, ਖਾਸ ਕਰਕੇ ਕ੍ਰਿਸ਼ਨ ਭਗਵਾਨ ਸਿੰਘ ਦੇ ਸਪੁੱਤਰ ਦੀ ਗੱਲ ਹੁੰਦੀ ਆ, ਸੁਖਰਾਜ ਸਿੰਘ ਦੀ, ਜਿਨ੍ਹਾਂ ਨੇ ਕੁੰਵਰ ਵਿਜੇ ਪ੍ਰਤਾਪ ਦੇ ਨਾਲ ਮੋਢੇ ਦੇ ਨਾਲ ਮੋਢਾ ਲਾ ਕੇ ਇਸ ਇਨਵੈਸਟੀਗੇਸ਼ਨ ਦੇ ਵਿੱਚ ਸਾਥ ਦਿੱਤਾ। ਉਹਨਾਂ ਦੀ ਇੱਕ ਪੋਸਟ ਵੀ ਬੜੀ ਵਾਇਰਲ ਹੋ ਰਹੀ ਆ। ਜਦੋਂ ਦੇ ਉਹ ਕੁੰਵਰ ਵਿਜੇ ਪ੍ਰਤਾਪ ਆਮ ਆਦਮੀ ਪਾਰਟੀ 'ਚ ਸ਼ਾਮਲ ਹੋਏ ਨੇ, ਉਹਨਾਂ ਨੇ ਇੱਕ ਫੇਸਬੁੱਕ ਦੇ ਉੱਤੇ ਪੋਸਟ ਪਾਈ ਆ ਵੀ ਅੱਜ ਮੈਂ ਬੜਾ ਟੁੱਟਿਆ ਹੋਇਆ ਤੇ ਲੁੱਟਿਆ ਹੋਇਆ ਮਹਿਸੂਸ ਕਰ ਰਿਹਾ ਗਾ। ਸਾਡੇ ਨਾਲ ਮੌਜੂਦ ਨੇ ਸੁਖਰਾਜ ਸਿੰਘ। ਸੁਖਰਾਜ ਬਾਈ ਸਵਾਗਤ ਹੈ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਬਾਈ ਜੀ। ਬਾਈ ਜੀ ਪੋਸਟ ਪਾਈ ਆ, ਟੁੱਟਿਆ ਲੁੱਟਿਆ ਮਹਿਸੂਸ ਕਰ ਰਹੇ ਹੋ, ਕੀ ਕਾਰਨ ਆ? ਬਾਈ ਟੁੱਟਿਆ ਲੁੱਟਿਆ ਇਸ ਗੱਲੋਂ ਮਹਿਸੂਸ ਕਰ ਰਹੇ ਹਾਂ ਕਿ ਇੱਕ ਮਾਣ ਬਹੁਤ ਵੱਡਾ ਸੀਗਾ ਜੀ ਵੀ ਅਸੀਂ ਇੱਕ ਨਿਰਪੱਖ ਜਾਂਚ ਦਾ ਹਿੱਸਾ ਬਣੇ ਹੋਏ ਹਾਂ ਜੀ। ਅੱਜ ਉਹ ਨਿਰਪੱਖ ਜਾਂਚ ਇੱਕ ਰਾਜਨੀਤਿਕ ਪਾਰਟੀ ਦੀ ਜਾਂਚ ਵੱਜੂਗੀ ਜੀ, ਕਿਉਂਕਿ ਹਰ ਇੱਕ ਨੂੰ ਇਲਜ਼ਾਮ ਲਾਉਣ ਦਾ ਮੌਕਾ ਮਿਲਿਆ। ਪਹਿਲਾਂ ਵੀ ਬਹੁਤ ਲੱਗੇ ਆ ਤੇ ਅੱਜ ਉਹ ਇਲਜ਼ਾਮ ਲੱਗਣਗੇ ਕਿ ਬਈ ਇਹ ਪਾਰਟੀ ਦੇ ਕਹਿਣ 'ਤੇ ਜਾਂਚ ਹੋਈ ਸੀ। ਇੱਕ ਗਰਾਊਂਡ ਤਿਆਰ ਕੀਤਾ ਗਿਆ, ਜਿਹੜੀਆਂ ਗੱਲਾਂ ਵਿਰੋਧੀਆਂ ਨੇ ਕੀਤੀਆਂ ਉਹ ਅੱਜ ਸੱਚ ਕਰ ਦਿੱਤੀਆਂ ਉਹਨਾਂ ਨੇ। ਸੋ ਇਸੇ ਕਰਕੇ ਯਕੀਨ ਜਿਹਾ ਉੱਠ ਗਿਆ ਸਾਰਿਆਂ ਤੋਂ, ਸਾਰੇ ਸਿਸਟਮ ਤੋਂ, ਬਈ ਯਾਰ ਅਸੀਂ ਕੀ ਚਾਹੁੰਦੇ ਸੀ ਤੇ ਕੀ ਹੋ ਗਿਆ, ਜਿਹਦੇ ਕਰਕੇ ਮੈਨੂੰ ਲਿਖਣਾ ਪਿਆ ਮਜਬੂਰਨ, ਕਿਉਂਕਿ ਮੈਂ ਸਾਰਾ ਦੇਖ ਰਿਹਾ ਸੀ। ਮੈਨੂੰ ਸੀ ਇੱਕ ਸਪੋਰਟਿਵ ਵਜੋਂ ਜਾਣਗੇ, ਇੱਕ ਸਪੋਰਟਡ ਬਣ ਕੇ ਜਾਣਗੇ, ਪਰ ਉਹਨਾਂ ਦੀ ਜੁਆਇਨਿੰਗ ਕਰਨ 100 ਵਾਰੀ ਕਰਨ, ਸਾਨੂੰ ਕੋਈ ਇਤਰਾਜ਼ ਨਹੀਂ। ਕੋਈ ਵੀ ਬੰਦਾ ਰਾਜਨੀਤੀ ਕਰ ਸਕਦਾ ਕਿਉਂਕਿ ਪੰਜਾਬ ਖੁੱਲ੍ਹਾ, ਪਰ ਮੁੱਦਾ ਬੇਅਦਬੀ ਦਾ, ਗਰਾਊਂਡ ਬੇਅਦਬੀ ਦਾ ਨਾ ਹੋਵੇ। ਕਿਉਂਕਿ ਬਾਪੂ ਦੇ ਸਿਵਿਆਂ ਨੂੰ ਨਿੱਤ ਤੱਤਾ ਕਰਦੇ ਆ, ਨਿੱਤ ਉੱਤੇ ਅੱਗ ਤੇ ਸਿਵਿਆਂ ਤੇ ਹੱਥ ਸੇਕਦੇ ਆ। ਕੋਈ ਵੀ ਰਾਜਨੀਤਿਕ ਆ, ਕੋਈ ਵੀ ਪੋਲੀਟੀਸ਼ੀਅਨ ਆ, ਉਹ ਗੱਲ ਕਰਦਾ ਵੀ ਬੇਅਦਬੀ 'ਚ 2 ਬੰਦੇ ਮਰੇ ਗਏ, ਉਹਨਾਂ ਦਾ ਇਨਸਾਫ ਨਹੀਂ ਮਿਲਿਆ, ਬੇਅਦਬੀ 'ਚ ਆਹ ਹੋ ਗਿਆ, ਬੇਅਦਬੀ 'ਚ ਸਾਡੇ ਗੁਰੂ ਦੇ ਨਾਂ 'ਤੇ ਬੇਅਦਬੀ ਆ ਜਿਹੜੀ, ਉਹਦੇ 'ਤੇ ਇਹ ਆਪਣੀਆਂ ਰਾਜਨੀਤਿਕ ਰੋਟੀਆਂ ਸੇਕ ਰਿਹਾ। ਤੇ ਕੋਈ ਵੀ ਆ ਜਿਹੜਾ ਉਸ ਅਕਾਲ ਪੁਰਖ ਦੀ ਦਰਗਾਹ 'ਚ ਬਖਸ਼ ਨਹੀਂ ਜਾਣਗੇ। ਪੋਸਟ ਪਾਈ ਆ। ਜੇ ਅਸੀਂ ਗੱਲ ਦੀ, ਇਹ ਜਿਹੜੀ ਖਬਰ ਆ ਸਾਰੀ ਦੀ ਗੱਲ ਕਰਦੇ ਆ, ਕੁੰਵਰ ਵਿਜੇ ਪ੍ਰਤਾਪ ਆਮ ਆਦਮੀ ਪਾਰਟੀ ਸ਼ਾਮਲ ਹੋਏ ਆ। ਪਰਸੋਂ ਦੀ ਇਹ ਗੱਲ ਚੱਲ ਰਹੀ ਸੀ, ਤੁਹਾਡੀ ਇਸ ਵਿਚਕਾਰ ਗੱਲ ਵੀ ਹੋਈ ਉਹਨਾਂ ਦੇ ਨਾਲ? ਗੱਲ ਹੋਈ ਸੀ ਜੀ, ਥੋੜ੍ਹੀ ਜਿਹੀ ਹੋਈ ਸੀ। ਉਹਨਾਂ ਦਾ ਕਹਿਣ ਦਾ ਮਤਲਬ ਇਹ ਸੀ ਵੀ ਦੇਖੋ ਅੱਗੇ ਕੀ ਹੁੰਦਾ। ਮੈਨੂੰ ਇਹ ਸੀਗਾ, ਸਾਰਿਆਂ ਨੂੰ ਹੀ ਲੱਗਦਾ ਸੀ, ਕਿਉਂਕਿ ਉਹਨਾਂ ਦੀਆਂ ਇੰਟਰਵਿਊਆਂ ਜਿਹੜੀਆਂ, ਗੱਲ ਨਹੀਂ ਮੇਰੀ ਹੋਈ ਐਵੇਂ ਮੈਂ ਕਹਾਂ ਵੀ ਉਸ ਵਿਸ਼ੇ 'ਤੇ ਇੱਦਾਂ ਗੱਲ ਹੋਈ ਆ,
ਕਿਉਂਕਿ ਉਹਨਾਂ ਦਾ ਮੰਨਣਾ ਇਹ ਸੀ ਵੀ ਦੇਖੋ ਕੀ ਹੁੰਦਾ ਇਸ 'ਤੇ। ਜਿਵੇਂ ਉਹਨਾਂ ਦੀਆਂ ਇੰਟਰਵਿਊਆਂ ਮੈਂ ਦੇਖੀਆਂ, ਗੱਲ ਕੀਤੀ, ਮੈਂ ਲਾਇਆ ਸੀ ਫੋਨ, ਮੈਂ ਗੱਲ ਕੀਤੀ ਸੀ, ਪੁੱਛਿਆ ਸੀ, ਤਾਂ ਉਹ ਕਹਿੰਦੇ ਵੀ ਤੁਸੀਂ ਇੰਟਰਵਿਊ ਸੁਣੋ ਪੂਰੀ। ਸੋ ਇੰਟਰਵਿਊ ਸੁਣਨ 'ਤੇ ਤਾਂ ਇਹ ਲੱਗਦਾ ਸੀ ਕਿ ਬਈ ਉਹ ਨਹੀਂ ਜਾਣਗੇ, ਕਿਉਂਕਿ ਉਹਨਾਂ ਦਾ ਕਹਿਣਾ ਇਹ ਸੀਗਾ ਵੀ ਦੇਖ ਮੈਂ ਐਲਾਨ ਨਹੀਂ ਕੀਤਾ, ਨਾ ਮੈਂ ਕਿਸੇ ਰਾਜਨੀਤਿਕ ਪਾਰਟੀ ਬਾਰੇ। ਸੋ ਅੱਜ ਇਸ ਗੱਲੋਂ ਮਨ ਟੁੱਟਿਆ ਕਿ ਇੱਕ ਰਾਜਨੀਤਿਕ ਪੱਖ ਤੋਂ ਦੇਖੀਏ ਤਾਂ ਫਿਰ ਉਹ ਸਾਰੇ ਮੈਂ ਵੀ ਉਹ ਸ਼ੱਕ ਦੇ ਨਿਗਾਹ 'ਚ ਦੇਖ ਸਕਦਾ। ਅੱਜ ਮੈਂ ਵੀ ਉਹ ਚੀਜ਼ ਨੂੰ ਸ਼ੱਕ ਦੇ ਆਧਾਰ ਨਾਲ ਦੇਖਾਂ ਤਾਂ ਉਹ ਸੱਚ ਹੈ। 2 ਸਾਲ 2.5 ਸਾਲ ਜਾਂਚ ਚੱਲਣੀ, 10ਵਾਂ ਚਲਾਨ ਨਾ ਜਾਣਾ, ਕਈ ਹੋਰ ਗੱਲਾਂ ਵੀ ਜਿਹੜੀਆਂ ਸਾਹਮਣੇ ਆਉਣਗੀਆਂ, ਉਹਨਾਂ ਵੱਲੋਂ ਵੀ ਆਉਣਗੀਆਂ। ਸੋ ਮਨ ਬਹੁਤ ਟੁੱਟਦਾ ਬਾਈ ਇਸ ਗੱਲ 'ਚੋਂ। ਇੱਕ ਬੰਦੇ ਤੇ ਆਸ ਲਾਈ ਸੀ ਯਾਰ, ਆਸ ਖਤਮ ਕਰਤੀ ਬਾਈ ਉਹ। ਸੁਖਰਾਜ ਬਾਈ, ਜਦੋਂ ਆਪਾਂ ਕਹਿ ਦਈਏ ਹਾਈ ਕੋਰਟ ਨੇ ਰਿਜੈਕਟ ਕੀਤੀ ਹੈ ਜਿਹੜੀ ਵੀ ਇਹ ਜਾਂਚ ਕਰੀ ਸੀਗੀ, ਹੈ ਨਾ, ਰਿਪੋਰਟ ਨੂੰ ਰਿਜੈਕਟ ਕੀਤਾ ਗਿਆ ਹੈਗਾ, ਉਦੋਂ ਵੀ ਕਿਹਾ ਗਿਆ ਸੀਗਾ ਵੀ ਕੁੰਵਰ ਵਿਜੇ ਪ੍ਰਤਾਪ 'ਤੇ ਆਰੋਪ ਲੱਗਿਆ ਸੀਗਾ ਵੀ ਇੱਕ ਪਾਰਟੀ ਦੇ ਖਿਲਾਫ ਜਾਂ ਪੋਲੀਟੀਕਲ ਚੀਜ਼ ਹੋ ਸਕਦੀ ਆ ਜਾਂ ਪੋਲੀਟੀਕਲ ਚੀਜ਼ ਨਿਕਲ ਰਹੀ ਆ, ਕਿਤੇ ਨਾ ਕਿਤੇ ਉਹ ਗੱਲ 'ਤੇ ਵੀ ਮੋਹਰ ਲੱਗੀ ਆ। ਬਿਲਕੁਲ ਬਾਈ, ਤੁਸੀਂ ਜੱਜਮੈਂਟ ਦਾ 51 ਨੰਬਰ ਪੇਜ ਪੜ੍ਹੋ। ਜੀ ਮੇਰੇ ਕੋਲ ਹੈਗਾ ਵੀ ਆ ਬਾਈ, ਮੈਂ ਭੇਜ ਵੀ ਦੇਊਂਗਾ ਨਾ। ਯਾਰ ਕੀ ਕਹਾਂ ਬਾਈ, ਯਾਰ ਮਨ ਇੰਨਾ ਕੁ ਦੁਖੀ ਹੋਇਆ ਪਿਆ। ਉਹ 'ਚ ਜੱਜ ਨੇ ਲਿਖਿਆ ਸੀਗਾ ਕਿ ਇਹ ਬੰਦਾ ਗਰਾਊਂਡ ਤਿਆਰ ਕਰ ਰਿਹਾ, ਇਹਨਾਂ ਨੇ ਰਾਜਨੀਤੀ 'ਚ ਆਉਣਾ ਹੈ। ਉਹ ਸਾਰੀ ਗੱਲ ਲਿਖੀ ਹੋਈ ਆ, ਉਹੀ ਗੱਲ ਹੋ ਗਈ ਬਾਈ, ਉਹ ਅੱਜ ਰਾਜਨੀਤੀ 'ਚ ਆਏ ਆ। ਮੈਨੂੰ ਆਉਣ ਦਾ, ਮੈਂ ਫਿਰ ਵੀ ਕਹਿੰਦਾ ਮੈਨੂੰ ਕੋਈ ਉਹ ਨਹੀਂ ਹੈਗਾ, ਪਰ ਯਾਰ ਇੱਕ ਬਾਪੂ ਦੀ ਲਾਸ਼ 'ਤੇ, ਮੇਰੇ ਦੇ 'ਤੇ ਬਹਿਬਲ ਗੋਲੀ ਕਾਂਡ 'ਤੇ, ਕੋਟਕਪੂਰਾ ਗੋਲੀ ਕਾਂਡ 'ਤੇ, ਬੇਅਦਬੀ 'ਤੇ ਜੋ ਐਡੀ ਜ਼ਮੀਨ ਤਿਆਰ ਕਰਕੇ ਅਸੀਂ ਐਂਟਰੀ ਉਹ ਵੀ ਸਿਆਸਤ 'ਚ ਮਾਰੀ। ਇਨਵੈਸਟੀਗੇਸ਼ਨ ਆਫਿਸਰ ਹੋ ਕੇ ਅਸੀਂ ਕੁਛ ਨਹੀਂ ਦੇ ਸਕੇ, ਕੋਰਟਾਂ ਸਾਨੂੰ ਕੁਛ ਨਹੀਂ ਦੇ ਸਕੀਆਂ, ਅਸੀਂ ਰਾਜਨੀਤਿਕ ਬਣ ਕੇ ਕੀ ਲੈ ਲਾਂਗੇ ਬਾਈ। ਮੇਰਾ ਇਸ ਗੱਲੋਂ ਭਰੋਸਾ ਹੀ ਉੱਠ ਗਿਆ ਸਾਰਿਆਂ ਤੋਂ ਯਾਰ। ਜੀ ਉਹ ਜੱਜ ਦੀ ਕਹੀ ਪਹਿਲਾਂ ਗੱਲ ਇਹ ਸੀਗੀ ਵੀ ਉਹ ਗਲਤ ਹੈ, ਸਾਰੀਆਂ ਹੀ ਗਲਤ ਆ, ਅਸੀਂ ਉਹ ਕਹਿੰਦੇ ਸੀ, ਪਰ ਅੱਜ ਉਹ ਸੱਚੀਆਂ ਹੁੰਦੀਆਂ ਨਜ਼ਰ ਆ ਰਹੀਆਂ। ਅੱਜ ਉਹ ਗੱਲਾਂ ਸਾਹਮਣੇ ਇਹ ਸੱਚੀਆਂ ਹੋ ਰਹੀਆਂ ਕਿ ਉਹ ਜਿਹੜਾ ਕੁਛ ਉਹਨਾਂ ਨੇ ਆਊਟ ਆਫ ਵੇ ਲੱਗਦਾ ਸੀ ਲਿਖਿਆ ਪਹਿਲਾਂ ਵੀ ਇਨਵੈਸਟੀਗੇਸ਼ਨ ਤੋਂ ਪਾਸੇ ਹੋ ਕੇ ਇਕੱਲੇ ਬੰਦੇ ਨੂੰ ਟਾਰਗੇਟ ਕੀਤਾ, ਅਸੀਂ ਉਹ ਸੁਧਾਰਨਾ ਤਾਂ ਕੀ ਸੀ, ਅਸੀਂ ਉਹ ਟਾਰਗੇਟ ਦੇ ਵਿੱਚ ਜਾ ਕੇ ਉਹਨਾਂ ਨੂੰ ਇਹ ਸਾਬਤ ਕਰਤਾ ਕਿ ਉਹ ਸੱਚੇ ਆ। ਜੀ, ਜੇ ਅਸੀਂ ਦੂਜੇ ਪਾਸੇ ਸ਼੍ਰੋਮਣੀ ਅਕਾਲੀ ਦਲ ਦੀ ਗੱਲ ਕਰਦੇ ਹਾਂ, ਜਿੱਦਣ ਕੁੰਵਰ ਵਿਜੇ ਪ੍ਰਤਾਪ ਅਸਤੀਫਾ ਦਿੰਦੇ ਨੇ ਉਦੋਂ ਤੋਂ ਇਹ ਗੱਲਾਂ ਨਿਕਲਣੀਆਂ ਸ਼ੁਰੂ ਹੋ ਗਈਆਂ ਸੀ। ਉਹਨਾਂ ਨੇ ਐਲੀਗੇਸ਼ਨ ਲਾਉਣੇ ਸ਼ੁਰੂ ਕਰਤੇ ਸੀ ਵੀ ਇਹ ਇੱਕ ਸਿਆਸੀ ਧਿਰ ਦੇ ਵਿੱਚ ਜਾਣਗੇ, ਇੱਕ ਸਿਆਸੀ ਪਾਰਟੀ ਦਾ ਹਿੱਸਾ ਹੋਣਗੇ। ਉਧਰ ਵੀ ਪੱਕੀ ਮੋਹਰ ਲਾਤੀ ਉਹਨਾਂ ਨੇ ਬਈ। ਉਹ ਤਾਂ ਪਹਿਲੇ ਦਿਨ ਤੋਂ ਹੀ ਹੈ ਨਾ। ਦੇਖੋ ਜੋ ਉਹਨਾਂ ਨੇ ਕੀਤਾ, ਉਹਨਾਂ ਦੀ ਸਜ਼ਾ ਲੋਕਾਂ ਨੇ ਦਿੱਤੀ। ਜਿਹੜੀ ਨਵੀਂ ਸਰਕਾਰ ਆਈ ਹੈ, ਇਹਨਾਂ ਨੇ ਵਾਅਦਾ ਕਰਕੇ ਬਣਾਈ ਸੀ, ਇਹ ਬੇਅਦਬੀ ਦਾ ਇਨਸਾਫ ਦੇਣ ਲਈ ਕੀਤੀ ਸੀ। ਕੈਪਟਨ ਵੀ ਇੱਥੇ ਘਰੇ ਆ ਕੇ ਗਿਆ, ਰਾਹੁਲ ਵੀ ਆ ਕੇ ਗਿਆ, ਹੈ ਨਾ, ਹੋਰ ਵੀ ਸਾਰੇ ਇਹਨਾਂ ਦੇ ਨੁਮਾਇੰਦੇ ਆਏ, ਬਗਰਾੜੀ ਮੋਰਚੇ ਦੇ ਵਿੱਚ ਵੀ ਆਏ। ਗੁਰੂ ਗ੍ਰੰਥ ਸਾਹਿਬ ਦੀ ਸਹੁੰ ਇਹਨਾਂ ਨੇ ਵੀ ਖਾਧੀ, ਕੈਪਟਨ ਨੇ ਵੀ ਖਾਧੀ, ਪਰ ਕੁਛ ਨਹੀਂ ਕੀਤਾ। ਉਹਨਾਂ ਦੇ ਐਲੀਗੇਸ਼ਨ ਸਾਬਤ ਕਰ ਰਹੇ ਹਾਂ ਅੱਜ ਆਪਾਂ। ਜਿਹੜੀ ਸਰਕਾਰ ਦੇ ਅੰਡਰ ਹੋਇਆ ਸੀ ਉਹਨਾਂ ਨੂੰ ਲੋਕਾਂ ਨੇ ਸਜ਼ਾ ਦੇਤੀ, ਪਾਸੇ ਕਰਤਾ। ਜਿਹੜੀ ਸੱਤਾ 'ਚ ਉਹ ਨਿਆਂ ਨਹੀਂ ਦੇ ਰਹੀ। ਨਵੀਂ ਸਰਕਾਰ ਬਣਾਉਣ ਦੇ ਲਈ ਅਸੀਂ ਫਿਰ ਉਹੀ ਬੇਅਦਬੀ ਦਾ ਸਹਾਰਾ ਲੈ ਰਹੇ ਹਾਂ। ਫਿਰ ਕਦੇ ਪੁੱਛੋ ਉਹਨਾਂ ਲੋਕਾਂ ਨੂੰ ਜਿਨ੍ਹਾਂ ਦਾ ਦਰਦ ਇਹ ਹੋਇਆ, ਜਿਨ੍ਹਾਂ ਦੇ ਘਰੇ ਬੀਤ ਰਹੀ ਆ। ਕਹਿਣਾ ਸੌਖਾ, ਮੈਨੂੰ ਵੀ ਬਹੁਤ ਕਹਿਣਗੇ ਵੀ ਇਹ ਹਰ ਇੱਕ 'ਤੇ ਐਲੀਗੇਸ਼ਨ ਲਾ ਦਿੰਦਾ, ਬੋਲ ਦਿੰਦਾ। ਮੈਂ ਅੱਜ ਵੀ ਕਹਿਣਾ, ਜਿਹੜਾ ਬੰਦਾ ਸਹੀ ਹੋਊਗਾ ਉਹਦੇ ਨਾਲ ਸਹੀ, ਉਹਨਾਂ ਟਾਈਮ ਸਹੀ ਰਵਾਂਗੇ ਜਿੰਨਾ ਟਾਈਮ ਉਹ ਸਹੀ ਚੱਲੂਗਾ। ਉਹਦੀ ਸੱਚਾਈ ਦਾ ਸਾਥ ਦੇਵਾਂਗੇ ਅਸੀਂ, ਬੰਦੇ ਵਿਅਕਤੀ ਵਿਸ਼ੇਸ਼ ਦਾ ਸਾਥ ਨਹੀਂ ਦਿੰਦੇ। ਸੱਚਾਈ ਜਿਹੜੀ ਹੋਊਗੀ ਉਹਦਾ ਸਾਥ ਮਿਲੂਗਾ। ਜਿਹੜੇ ਝੂਠ ਹੋਣਗੇ ਉਹ ਦੱਸਾਂਗੇ ਵੀ ਇੱਥੇ ਗਲਤ ਆ ਤੇ ਗਲਤ ਆ। ਜੇ ਅਸੀਂ ਵੱਡੇ ਲੀਡਰਾਂ ਦੀ ਗੱਲ ਕਰਦੇ ਹਾਂ, ਖਾਸ ਕਰਕੇ ਗੱਲ ਆਉਂਦੀ ਹੈ ਨਵਜੋਤ ਸਿੰਘ ਸਿੱਧੂ ਦੀ, ਉਹ ਵੀ ਬੇਅਦਬੀ ਦੀ ਬੜੀ ਗੱਲ ਕਰਦੇ ਸੀਗੇ, ਪਰ ਹੁਣ ਜਦੋਂ ਦਾ ਪਾਰਟੀ ਦੇ ਵਿੱਚ ਭੰਬਲ ਭੂਸਾ ਪੈ ਗਿਆ, ਅੰਦਰੋਂ ਖਲਾਰਾ ਪਿਆ ਵਾਗਾ, ਇੱਕ ਦੂਜੇ ਦੇ ਮੂੰਹ ਪੁੱਠੇ ਹੋ ਗਏ ਕਾਂਗਰਸ ਵਾਲਿਆਂ ਦੇ, ਉਹ ਬੇਅਦਬੀ ਦਾ ਮੁੱਦਾ ਵੀ ਪਿੱਛੇ ਰਹਿ ਗਿਆ, ਗੋਲੀकांड ਦਾ ਮੁੱਦਾ ਵੀ ਪਿੱਛੇ ਰਹਿ ਗਿਆ। ਹੁਣ ਆਪਦੀਆਂ ਰੋਟੀਆਂ ਸੇਕ ਰਹੇ ਨੇ, ਚੱਲ ਕੀ ਰਿਹਾ ਗਾ? ਤੁਸੀਂ ਕੀ ਸੋਚਦੇ ਹੋ? ਇਹ ਵੀ ਮਨ ਦੇ ਵਿੱਚ ਖਿਆਲ ਆਉਂਦੇ ਹੋਣੇ ਆ। ਮੈਂ ਦੱਸਦਾ, ਕਾਂਗਰਸ ਜਦੋਂ ਹੱਲ ਨਹੀਂ ਨਾ ਕਰ ਸਕੀ ਬਈ, ਆਪਸ ਵਿੱਚ ਕਾਟੋ ਕਲੇ ਸ਼ੁਰੂ ਕੀਤਾ। ਟਵੀਟ ਕਰਦੇ ਸੀ ਸਾਨੂੰ ਬੇਅਦਬੀ ਦਾ ਇਨਸਾਫ ਪਹਿਲਾਂ, ਕੁਰਸੀ ਬਾਅਦ 'ਚ। ਬੇਅਦਬੀ ਪਹਿਲਾਂ, ਕੁਰਸੀ ਬਾਅਦ 'ਚ। ਲੋਕਾਂ ਦੇ ਨਾਲ ਖੜੇ ਆ, ਖੜੇ ਰਹਾਂਗੇ ਜੀ। ਪਰ ਮੈਂ ਉਹਨਾਂ ਸਾਰੇ ਲੀਡਰਾਂ ਨੂੰ ਤੁਹਾਡੇ ਮਾਧਿਅਮ ਰਾਹੀਂ ਸਵਾਲ ਪੁੱਛਦਾ ਕਿ ਜਿੱਦਾਂ ਦਾ ਤੁਹਾਨੂੰ ਤੁਹਾਡੀ ਲੀਡਰਸ਼ਿਪ ਨੇ ਬੁਲਾਇਆ, ਤੁਹਾਡਾ ਕਾਟੋ ਕਲੇਸ਼ ਖਤਮ ਕਰਨ ਲਈ ਗੱਲ ਕੀਤੀ ਆ, ਉਦੋਂ ਦਾ ਤੁਸੀਂ ਗੁਰੂ ਦੀ ਬੇਅਦਬੀ ਨੂੰ ਠੰਡੇ ਵਾਸਤੇ 'ਚ ਪਾ ਕੇ ਰੱਖ ਲਿਆ। ਉਦੋਂ ਦੀ ਲੋਕਾਂ ਦੇ ਵਿੱਚ ਆਵਾਜ਼ ਬੁਲੰਦ ਕਰਨੀ ਬੰਦ ਕਰ ਦਿੱਤੀ ਆ। ਸੋ ਇਹ ਸਿਰਫ ਸਾਰੇ ਰਾਜਨੀਤਿਕ ਲੋਕ ਆ ਜਿਹੜੇ ਕੁਰਸੀ ਦੇ ਭੁੱਖੇ ਆ, ਸਿਰਫ ਕੁਰਸੀ ਤੱਕ ਸੀਮਿਤ ਰਹਿੰਦੇ ਆ। ਇਹਨਾਂ ਨੂੰ ਬੇਅਦਬੀ ਨਾਲ, ਇਹਨਾਂ ਨੂੰ ਗੋਲੀਆਂ ਚਲਾਉਣ ਨਾਲ, ਬੰਦੇ ਜਾਣ ਨਾਲ ਕੋਈ ਦੁੱਖ ਤਕਲੀਫ ਨਹੀਂ ਹੈ। ਇਹਨਾਂ ਨੂੰ ਇਹਨਾਂ ਦੀ ਕੁਰਸੀ ਬਹਾਲ ਚਾਹੀਦੀ ਆ। ਉਹ ਕਿਸੇ ਵੀ ਹਾਲਤ 'ਚ ਕਿਸੇ ਵੀ ਕੀਮਤ 'ਤੇ ਮਿਲੇ, ਉਸ ਲਈ ਤਿਆਰ ਪਰ ਤਿਆਰ ਰਹਿੰਦੇ ਆ ਜੀ। ਜੇ ਅਸੀਂ ਕੱਲ੍ਹ ਦੀ ਗੱਲ ਕਰਦੇ ਹਾਂ, ਕੱਲ੍ਹ ਨੂੰ ਵੀ ਪ੍ਰਕਾਸ਼ ਸਿੰਘ ਬਾਦਲ ਦੀ ਪੁੱਛਗਿੱਛ ਹੋਣੀ ਆ, ਹੈ ਕੋਈ ਉਮੀਦ ਕੁਛ ਨਿਕਲੂਗਾ?
ਬਾਈ ਜੀ ਪੁੱਛ-ਗਿੱਛ ਪਹਿਲਾਂ ਵੀ ਆਹੀ ਸੈੱਟ ਨੇ ਕੀਤੀ ਸੀ ਜਿਹੜੀ ਅੱਜ ਰਾਜਨੀਤਿਕ ਬਣ ਗਈ ਆ। ਪਹਿਲਾਂ ਵੀ ਹੋਈ ਆ, ਕੋਈ ਉਹਦੇ 'ਚੋਂ ਰਿਜ਼ਲਟ ਸਾਹਮਣੇ ਨਹੀਂ ਆਏ ਕਿਉਂਕਿ ਪੁੱਛ-ਗਿੱਛ ਹੋਣ ਤੋਂ ਬਾਅਦ ਉਹਨਾਂ ਦਾ ਨਾਂ ਤੱਕ ਨਹੀਂ ਆਇਆ ਜਾਂਚ 'ਚ। ਕੀ ਕਹੀਏ ਉਸ 'ਤੇ। ਉਸ ਤੋਂ ਬਾਅਦ ਹੁਣ ਫੇਰ ਪੁੱਛ-ਗਿੱਛ ਹੋਣੀ ਆ, ਪਤਾ ਨਹੀਂ ਨਾ ਆਉਣਾ ਕਿ ਨਹੀਂ ਆਉਣਾ ਜਾਂ ਗੱਲ ਕੀ ਆ। ਪੁੱਛ-ਗਿੱਛ ਕਰਨਾ ਉਹਨਾਂ ਦਾ ਫਰਜ਼ ਆ ਕਰਨ, ਪਰ ਸਾਨੂੰ ਰਿਜ਼ਲਟ ਚਾਹੀਦਾ। ਕੌਣ ਦੋਸ਼ੀ ਆ, ਅਸਲ ਦੋਸ਼ੀ ਜੇਲ੍ਹਾਂ ਦੇ ਵਿੱਚ ਚਾਹੀਦੇ ਆ। ਜੋ ਵੀ ਆ, ਉਹ ਕੋਈ ਪੋਲੀਟੀਸ਼ੀਅਨ ਆ, ਕੋਈ ਪੁਲਿਸ ਵਾਲਾ, ਦੂਜਾ ਤੀਜਾ, ਉਹ ਜੇਲ੍ਹਾਂ 'ਚ ਚਾਹੀਦਾ। ਪਰ ਰਾਜਨੀਤਿਕ ਰੋਟੀਆਂ ਨਾ ਸੇਕਣ। ਜੇ ਉਹੀ ਪੁੱਛ-ਗਿੱਛ ਕਰਕੇ ਉਹਨਾਂ ਨੇ ਵੀ ਕੋਈ ਪਾਰਟੀ ਪੂਰਟੀ ਜੁਆਇਨ ਕਰਨੀ ਹੈ ਤਾਂ ਮੈਂ ਇੱਥੇ ਕਹਿਣਾ ਚਾਹੁੰਦਾ ਵੀ ਯਾਰ ਤੁਸੀਂ ਸਾਰੇ ਇਕੱਠੇ ਹੋ ਕੇ ਇੱਕ ਪਾਰਟੀ ਬਣਾ ਲਓ ਜੀ। ਜਿਹੜੇ ਇਨਵੈਸਟੀਗੇਸ਼ਨ ਦੇ ਵਿੱਚ ਬਾਈ ਲੂਪ ਹੋਲ ਛੱਡੇ ਗਏ, ਤੁਹਾਨੂੰ ਕੀ ਲੱਗਦਾ ਜਾਣ ਬੁੱਝ ਕੇ ਛੱਡੇ ਗਏ? ਬਈ ਪਹਿਲਾਂ ਤਾਂ ਐਵੇਂ ਕਹਿ ਦਈਏ ਨਾ, ਲੂਪ ਹੋਲ ਹੀ ਨਹੀਂ ਦਿਸੇ ਕੋਈ। ਸਹੀ ਸੀ ਨਾ, ਅਸੀਂ ਸੱਚੇ ਆ ਨਾ, ਅਸੀਂ ਕਹਿੰਦੇ ਬਹੁਤ ਸਹੀ ਆ ਸਾਰਾ ਕੁਝ ਸਹੀ ਆ। ਪਰ ਜਿਹੜੀ ਹੁਣ ਉਹ ਗੱਲ ਕਰਦੇ ਆ ਵੀ ਜੇ ਉਹ ਕਹਿੰਦੇ ਆ ਵੀ ਇੰਨਾ ਟਾਈਮ ਕਿਉਂ ਲੱਗਿਆ ਜਾਂ ਇਹਦੇ 'ਚ ਗਲਤੀ ਹੋਈ ਆ ਜਾਂ ਅੱਜ ਉਹ ਫਿਰ ਦੁਬਾਰਾ ਜੱਜਮੈਂਟ ਮੈਂ ਪੜ੍ਹੀ, ਮੈਂ ਕੱਲ੍ਹ ਦਾ ਜੱਜਮੈਂਟ ਦੁਬਾਰਾ ਪੜ੍ਹੀ ਜਾਂਦਾ ਬਾਈ। ਜਿਹੜੀ 99 ਪੇਜ ਦੀ ਜੱਜਮੈਂਟ ਆ, ਮੈਂ ਬਕਾਇਦਾ ਦੁਬਾਰਾ ਫਿਰ ਪੜ੍ਹੀ ਜਾਂਦਾ ਵੀ ਮੈਂ ਫਿਰ ਕੁਝ ਬੋਲਣਾ ਹੋਵੇ ਫਿਰ ਕੀ ਬੋਲੂੰਗਾ ਅਤੇ ਕੀ ਗੱਲ ਕਰੂੰਗਾ। ਪਰ ਉਹ ਜੱਜਮੈਂਟ ਜਿਹੜੇ ਬੰਦੇ 'ਤੇ ਸਿੱਟੀ ਗਈ ਆ, ਜਿਹੜੇ ਬੰਦੇ 'ਤੇ ਆਈ ਆ, ਅਤੇ ਉਹ ਅੱਜ ਉਹ ਬੰਦਾ ਇੱਕ ਰਾਜਨੀਤਿਕ ਆ। ਉਸ ਕਿਸੇ ਟਾਈਮ ਉਹ ਅਫਸਰ ਸੀਗਾ ਤਾਂ ਉਸ ਟਾਈਮ ਉਹ ਗਲਤ ਸੀ। ਜਦੋਂ ਉਹ ਅਫਸਰ ਸੀਗੇ ਉਦੋਂ ਜੱਜਮੈਂਟ ਗਲਤ ਸੀ। ਅੱਜ ਉਹ ਰਾਜਨੀਤਿਕ ਆ ਅਤੇ ਅੱਜ ਉਹ ਜੱਜਮੈਂਟ ਸਹੀ ਹੈ। ਸੋ ਬਾਈ ਸਵਾਲ ਖੜ੍ਹੇ ਹੁੰਦੇ ਆ। ਕਈ ਵੀਰ ਭਰਾ ਜਿਨ੍ਹਾਂ ਨੂੰ ਨਹੀਂ ਪਤਾ, ਜਿਹੜੇ ਇਕੱਲੀ ਨਿੱਕੀ ਜਿਹੀ ਖਬਰ ਵੇਖਦੇ ਆ, ਆਪਾਂ ਗੱਲ ਕਰਦੇ ਆ, ਉਸ ਤੋਂ ਅੰਦਾਜ਼ੇ ਲਾ ਦਿੰਦੇ ਆ ਕਿ ਇਹ ਗੱਲ ਇੱਥੋਂ ਤੱਕ ਗਈ। ਪਰ ਨਹੀਂ, ਇਹਦੇ ਅੰਦਰ ਬਹੁਤ ਕੁਛ ਆ। ਬੇਅਦਬੀ 'ਤੇ ਬਹੁਤ ਕੁਛ ਪਿਆ ਬਾਈ। ਬੇਅਦਬੀ ਦੇ 5 ਬੰਦੇ ਹੀ ਫੜੇ ਆ, ਉਹ 5 ਵੀ ਜ਼ੀਰੋ ਆ। ਉਹਨਾਂ 'ਚੋਂ ਕੁਛ ਕੱਢ ਹੀ ਨਹੀਂ ਰਹੇ, ਨਾ ਹੀ ਕੁਛ ਨਿਕਲਦਾ। ਉਹ ਬਿਆਨਾਂ 'ਚ ਲਿਖਾਈ ਜਾਂਦੇ ਆ। ਬੇਅਦਬੀ ਦੀ ਸੈੱਟ ਵੀ ਉਹੀ ਚੀਜ਼ ਆ ਬਾਈ। ਉਹ ਅੱਜ ਤਾਈਂ ਇਹ ਨਹੀਂ ਬਰਾਮਦ ਕਰਾ ਸਕੇ ਕਿ ਜਿਹੜੇ ਸਰੂਪ ਦੇ ਅੰਗ ਖਿਲਾਰੇ ਗਏ ਸੀ, ਬਾਕੀ ਸਰੂਪ ਕਿੱਥੇ ਆ। ਹਾਲਾਂਕਿ ਮਹਿੰਦਰਪਾਲ ਬਿੱਟੂ ਦੇ ਬਿਆਨ ਦੇ ਵਿੱਚ ਦੱਸਿਆ ਗਿਆ ਕਿ ਸੁਰਿੰਦਰਪਾਲ ਕੋਲ ਇਹ ਸਰੂਪ ਹੈ ਰਹਿੰਦਾ। ਮਹਿੰਦਰਪਾਲ ਬਿੱਟੂ ਜੇਲ੍ਹ 'ਚ ਮਰ ਜਾਂਦਾ, ਸੁਰਿੰਦਰਪਾਲ ਦਾ ਅੱਜ ਤੱਕ ਇੱਕ ਵੀ ਬਿਆਨ ਨਹੀਂ ਆ, ਇੱਕ ਵੀ ਪੁੱਛਗਿੱਛ ਨਹੀਂ ਆ, ਇੱਕ ਵੀ ਉਹਦੇ ਕੋਲੇ ਸੈੱਟ ਨਹੀਂ ਕਰੇ ਗਈ ਪੁੱਛਣ ਗਈ ਜਾਂ ਉਹਨੂੰ ਬੁਲਾਇਆ। ਸੋ ਇਹ ਐਡੇ ਕੁ ਤਕੜੇ ਲੂਜ਼ਪੁਲ ਜਿਹੜੇ ਬੰਦੇ 'ਤੇ ਕਹਿੰਦੇ ਆ ਵੀ ਧਮਕੀ ਭਰੇ ਪੋਸਟਰ ਲਾਏ ਆ, ਉਹ ਕੋਰਟ ਦੇ ਵਿੱਚੋਂ ਬਰੀ ਹੋ ਕੇ ਆ ਰਿਹਾ। ਉਹਨੂੰ ਕੋਰਟ ਕਹਿ ਰਹੀ ਇਹਨੇ ਪੋਸਟਰ ਨਹੀਂ ਲਾਏ, ਉਹ ਇਹ ਮਨਾਈ ਜਾਂਦੇ ਆ, ਉਹਦੇ ਬਿਆਨ 'ਚ ਲਿਖਾਈ ਜਾਂਦੇ ਆ। ਕੋਰਟ ਉਹਨੂੰ ਕਹਿੰਦੇ ਨੇ ਨਹੀਂ ਲਿਖਾਇਆ, ਇਹਨਾਂ ਦੀ ਲਿਖਤ ਮੈਚ ਨਹੀਂ ਹੁੰਦੀ। ਇਹ ਸਾਰੇ ਲੂਜ਼ਪੁਲ ਸਿਰਫ ਇੱਕ ਲੋਕਾਂ ਦੇ ਵਿੱਚ ਜਿਹੜੀ ਭਾਵਨਾ ਵਾ ਗੁਰੂ ਪ੍ਰਤੀ ਆਸਥਾ ਉਹਨੂੰ ਥੱਲੇ ਕਰਨ ਲਈ। ਇਹਨਾਂ ਦੇ ਪਿੱਛੇ ਜੋ ਵੀ ਆ ਉਹ ਰੱਬ ਜਾਣਦਾ, ਉਹਨਾਂ ਨੂੰ ਉਹ ਸਜ਼ਾ ਜ਼ਰੂਰ ਦੇਊਗਾ। ਪਰ ਮੈਂ ਆਪਣੇ ਪੰਜਾਬ ਵਾਸੀਆਂ ਨੂੰ, ਲੋਕਾਂ ਨੂੰ, ਸਿੱਖ ਸੰਗਤਾਂ ਨੂੰ ਇਹ ਅਪੀਲ ਕਰਦਾ, ਯਾਰ ਤੁਸੀਂ ਤਕੜੇ ਰਹੋ। ਤੁਸੀਂ ਜੇ ਆਪਾਂ ਹਰ ਇੱਕ 'ਤੇ ਇੱਦਾਂ ਦਾ ਯਕੀਨ ਕਰਕੇ ਚੱਲਾਂਗੇ ਤਾਂ ਆਪਾਂ ਮਾਰੇ ਗਏ ਹਾਂ। ਹਰ ਵਾਰ ਹੀ ਮਾਰੇ ਗਏ, ਹੁਣ ਵੀ ਬਾਈ ਮਾਰੇ ਗਏ। ਮੈਂ ਤਾਂ ਲਿਖਿਆ, ਮੈਨੂੰ ਮਜਬੂਰਨ ਲਿਖਣਾ ਪਿਆ। ਘੱਟੋ ਘੱਟ ਵੀ ਮੈਂ 10-15 ਵਾਰ ਤਾਂ ਬਾਈ ਲਿਖ ਕੇ ਢਾਇਆ। ਲਿਖਾਂ ਨਾ ਲਿਖਾਂ, ਸੋਚਾਂ ਕੀ ਆ, ਫਿਰ ਦੇਖਾਂ, ਫਿਰ ਲਿਖਣਾ ਹੀ ਮੈਨੂੰ ਪਿਆ ਵੀ ਵਾਕਈ ਮੈਨੂੰ ਜੋ ਫੀਲ ਹੋਇਆ ਸੀ ਮੈਂ ਲਿਖਿਆ ਵੀ ਮੈਂ ਉਹ ਚੀਜ਼ ਮਹਿਸੂਸ ਕਰ ਰਿਹਾ, ਯਾਰ ਮੈਂ ਕੀ ਕਰੂੰਗਾ। ਇੱਕ ਵਾਰੀ ਤੁਹਾਨੂੰ ਮੈਂ ਗੱਲ ਹੋਰ ਪੁੱਛਾਂ, ਤੁਸੀਂ ਜਿਹੜੀ ਇਹ ਸੈੱਟ ਬਣੀ ਸੀ ਜਾਂ ਕੁੰਵਰ ਵਿਜੇ ਪ੍ਰਤਾਪ ਦੀ ਗੱਲ ਕਰਦੇ ਹੋ, ਤੁਸੀਂ ਪੂਰਾ ਸਹਿਯੋਗ ਦਿੱਤਾ ਗਾ, ਤੁਹਾਡੀ ਗੱਲਬਾਤ ਵੀ ਅਕਸਰ ਹੁੰਦੀ ਰਹਿੰਦੀ ਸੀ ਉਹਨਾਂ ਦੇ ਨਾਲ। ਤੁਹਾਨੂੰ ਕੀ ਲੱਗਦਾ, ਕਾਰਨ ਕੀ ਲੱਗਦਾ ਵੀ ਹੋਇਆ ਕੀ, ਜਾਂ ਕਿਉਂ ਉਹਨਾਂ ਨੇ ਇੱਦਾਂ ਕੀਤਾ, ਜਾਂ ਕਿਉਂ ਉਹਨਾਂ ਨੂੰ ਕਰਨਾ ਪਿਆ ਇੱਦਾਂ? ਨਹੀਂ ਜੀ ਬਾਈ, ਮੈਂ ਇਹਦੇ 'ਚ ਇਹ ਨਹੀਂ ਕਹਿ ਸਕਦਾ ਵੀ ਉਹਨਾਂ ਨੇ ਕਿਉਂ ਕੀਤਾ ਜਾਂ ਕਿਉਂ, ਉਹ ਦੱਸ ਸਕਦੇ ਆ ਉਹਨਾਂ ਦੀ ਕੀ ਮਨਸ਼ਾ ਹੈ। ਮੈਂ ਇੱਕ ਇਹ ਭਾਵਨਾਵਾਂ ਲੈ ਕੇ ਚੱਲਿਆ ਸੀ ਵੀ ਐਤਕੀ ਪੰਜਾਬ ਦੇ ਲੋਕਾਂ ਨੂੰ ਇਨਸਾਫ ਮਿਲੂਗਾ। 6 ਸਾਲ ਤੋਂ ਮੈਂ ਚੱਲ ਰਿਹਾ, ਮਤਲਬ 15-16 ਤੋਂ ਚੱਲ ਰਿਹਾ ਬਾਈ। 6 ਸਾਲ ਤੋਂ ਆਪਾਂ 5 ਸਾਲ ਤੋਂ ਚੱਲ ਰਹੇ ਹਾਂ, ਦੇਖ ਰਹੇ ਹਾਂ ਕੀ ਕੁਛ ਹੈ, ਕਿਵੇਂ ਆ, ਸਾਰਾ ਕੁਛ ਜ਼ੀਰੋ। ਜਿੰਨੇ ਬਾਈ ਚਲਾਨ ਹੋਏ ਸਾਰੇ ਪੜ੍ਹੇ ਆ ਬਾਈ, ਕੱਲੇ 2500 ਪੇਜ ਹੋਇਆ, 1500 ਪੇਜ ਹੋਇਆ, ਸਾਰੇ ਪੜ੍ਹੇ ਆ, ਦਿਨ ਪਰ ਰਾਤ ਲਾ ਕੇ ਪੜ੍ਹੇ ਆ। ਕੱਲੀ ਚੀਜ਼ ਤੁਹਾਨੂੰ ਹਾਈਲਾਈਟਰ ਕਰਕੇ ਦੇ ਦੂੰਗਾ ਵੀ ਇਹਦੇ 'ਚ ਆਹ ਚੀਜ਼ ਲਿਖੀ ਵੀ ਆ। ਹੁਣ ਵੀ ਮੈਂ ਜਦੋਂ ਆ ਲਾਸਟ ਜੱਜਮੈਂਟ ਆਈ ਹੈ, ਮੈਂ 3-4 ਦਿਨ ਪਹਿਲਾਂ ਪੜ੍ਹੀ ਆ, ਕਿਉਂਕਿ ਉਹ ਇੱਕ ਅਫਸਰ 'ਤੇ ਸੀਗੀ ਨਾ। ਅੱਜ ਜਿਹੜੀ ਉਹ ਗੱਲ ਲਿਖੀ ਸੀ ਉਹ 'ਚੋਂ ਸੱਚ ਹੋ ਗਈ ਬਾਈ। ਜੇ ਮੇਰੇ 'ਚ ਇਕੱਲੀ ਭਗਤੀ ਹੁੰਦੀ ਵੀ ਮੈਂ ਇੱਕ ਬੰਦੇ ਪ੍ਰਤੀ ਆ, ਵੀ ਉਹ ਚੱਲ ਉਹ ਆਏ ਆ ਅਤੇ ਮੈਂ ਉਹਦੇ ਮਗਰ ਆ, ਉਹ ਜੈ ਜੈਕਾਰ ਆ ਅਤੇ ਮੈਂ ਵੀ ਜੈ ਜੈਕਾਰ 'ਚ ਹੀ ਹਾਂ। ਪਰ ਨਹੀਂ ਬਾਈ, ਜਿਹੜੀ ਚੀਜ਼ ਉਹ 'ਚ ਉਸ ਟਾਈਮ ਗਲਤ ਸੀਗੀ, ਕਾਰਨ ਉਹ ਸੀ ਕਿਉਂਕਿ ਉਹ ਅਫਸਰ ਸੀਗਾ। ਉਹਦੇ 'ਤੇ ਐਲੀਗੇਸ਼ਨ ਇੱਕ ਪੋਲੀਟੀਸ਼ੀਅਨ ਵਾਲੇ ਲਾਏ ਗਏ ਸੀ ਜੱਜਮੈਂਟ ਦੇ ਵਿੱਚ। ਅੱਜ ਉਹ ਪੋਲੀਟੀਸ਼ੀਅਨ ਮਤਲਬ ਐਲੀਗੇਸ਼ਨ ਸੱਚੇ ਹੋ ਗਏ ਅਤੇ ਬੰਦਾ ਪੋਲੀਟੀਸ਼ੀਅਨ ਹੋ ਗਿਆ। ਅੱਜ ਉਹ ਜੱਜਮੈਂਟ ਨੂੰ ਆਪਾਂ ਕਹੀਏ ਤਾਂ ਸਹੀ ਠਹਿਰਾ ਸਕਦੇ ਹਾਂ, ਉਹ 'ਚ ਕੋਈ ਦੁਰਾਹਾ ਨਹੀਂ ਹੈ। ਕਾਰਨ ਇਹ ਬਣਦਾ ਕਿਉਂਕਿ ਜਦੋਂ ਅਫਸਰ ਦੀ ਕੁਰਸੀ 'ਤੇ ਸੀਗੇ ਉਦੋਂ ਅਸੀਂ ਲੋਕਾਂ ਨੂੰ ਇਹ ਸਮਝਾ ਸਕਦੇ ਸੀ ਬਈ ਇੱਕ ਜੱਜ ਵੱਲੋਂ ਇੱਕ ਪੋਲੀਟੀਸ਼ੀਅਨ ਬੰਦੇ 'ਤੇ ਲਿਖੀ ਗਈ ਆ, ਉਹ ਬੰਦਾ ਪੋਲੀਟੀਸ਼ੀਅਨ ਨਹੀਂ ਹੈ, ਉਹ ਅਫਸਰ ਹੈ। ਪਰ ਅੱਜ ਉਹ ਬੰਦਾ ਪੋਲੀਟੀਸ਼ੀਅਨ ਹੈ ਅਤੇ ਜੱਜ ਹੀ ਹੈ। ਬਈ ਮਨ ਇਹ ਗੱਲ ਤੋਂ ਦੁਖਿਆ ਵੀ ਨਹੀਂ,
ਫਿਰ ਉਹਨੂੰ ਸਰਕਾਰ ਨੇ ਚੈਲੰਜ ਨਹੀਂ ਕੀਤਾ, ਉਹਨੂੰ ਇਹਨਾਂ ਨੇ ਚੈਲੰਜ ਨਹੀਂ ਕੀਤਾ। ਇਹ ਅਫਸਰ ਚੈਲੰਜ ਕਰ ਸਕਦੇ ਸੀ ਕਿਉਂਕਿ ਜੱਜਮੈਂਟ ਨੂੰ ਤੁੜਾਉਣ ਵਾਸਤੇ ਆਪਾਂ ਚੈਲੰਜ ਕਰ ਸਕਦੇ ਹਾਂ। ਕੁੰਵਰ ਵਿਜੇ ਪ੍ਰਤਾਪ ਸਿੰਘ ਕੋਲੇ ਕੋਈ ਹੋਰ ਰਾਹ ਸੀਗਾ ਜੇ ਉਹਨਾਂ ਨੇ ਇਹ ਸੋਚਣ ਜਾਂ ਕੱਲ੍ਹ ਨੂੰ ਇਹ ਚੀਜ਼ ਵੀ ਕਹਿ ਸਕਦੇ ਵੀ ਸਿਸਟਮ ਦੇ ਅੰਦਰ ਆ ਕੇ ਜਾਂ ਅਸੀਂ ਇਨਸਾਫ ਦਿਵਾਵਾਂਗੇ, ਜਾਂ ਕੇਜਰੀਵਾਲ ਜੀ ਨੇ ਵੀ ਕਿਹਾ ਵੀ ਬਈ ਦੋਸ਼ੀਆਂ ਸਿਸਟਮ ਦੇ ਅੰਦਰ ਆ ਕੇ ਮੈਂ ਨਹੀਂ ਸਮਝਦਾ ਇਨਸਾਫ ਮਿਲੂਗਾ। ਕੈਪਟਨ ਸਾਹਿਬ ਸੀਐਮ ਆ, ਉਹਨਾਂ ਦੇ ਬਿਆਨ ਤੁਸੀਂ ਪੜ੍ਹੇ ਹੋਣਗੇ। ਮੈਂ ਖੁਦ ਮਿਲ ਕੇ ਉਹਨਾਂ ਨੂੰ ਗੱਲ ਕਹੀ ਸੀ, ਸੀਐਮ ਸਾਹਿਬ ਤੁਸੀਂ ਕੁਛ ਦੇਖੋ ਜੀ, ਅਸੀਂ ਜੁਡੀਸ਼ਰੀ ਤੱਕ ਕੰਮ ਕਰਤਾ, ਜੁਡੀਸ਼ਰੀ ਸਾਡੀ ਇੰਟਰਫੇਰੈਂਸ ਨਹੀਂ ਆ। ਸੋ ਇਟ ਮੀਨਸ ਸਾਨੂੰ ਫਿਰ ਉਹੀ ਮੈਂ ਪਹਿਲਾਂ ਵੀ ਗੱਲ ਕਹੀ ਸੀ, ਵਿਅਕਤੀ ਬੰਦੇ ਦੀ ਲੋੜ ਨਹੀਂ ਆ, ਸਾਨੂੰ ਚੰਗੇ ਜੱਜ, ਚੰਗੇ ਇਨਵੈਸਟੀਗੇਸ਼ਨ ਆਫਿਸਰ, ਵਕੀਲ ਦੀ ਲੋੜ ਆ ਜਿਹੜਾ ਜੱਜ ਦੇ ਮਤਲਬ ਟੇਬਲ ਤੇ ਵਧੀਆ ਰੱਖੇ, ਉਹਨੂੰ ਬਰੀਫ ਕਰੇ ਚੰਗੀ ਤਰ੍ਹਾਂ। ਤੇ ਸੀਐਮ ਜਾਂ ਪੋਲੀਟੀਸ਼ੀਅਨ ਬਣਨ ਨਾਲ ਮੈਂ ਨਹੀਂ ਮੰਨਦਾ ਵੀ ਕੋਈ ਸਾਨੂੰ ਇਨਸਾਫ ਲੈ ਕੇ ਦਿੱਤਾ ਜਾਊਗਾ। ਆਮ ਆਦਮੀ ਪਾਰਟੀ ਤੋਂ ਕੋਈ ਉਮੀਦ ਹੈ? ਬਾਈ ਜੀ ਮੈਨੂੰ ਉਮੀਦਾਂ ਫਿਰ ਉਹੀ ਗੱਲ ਆ ਵੀ ਜੇ ਪੋਲੀਟੀਸ਼ੀਅਨਾਂ ਦੇ ਥਰੂ ਸਾਨੂੰ ਇਨਸਾਫ ਮਿਲਦਾ, ਉਮੀਦ ਮੈਨੂੰ ਸਾਰਿਆਂ ਤੋਂ ਆ। ਮੈਨੂੰ ਇਨਸਾਫ ਚਾਹੀਦਾ, ਜੋ ਮਰਜ਼ੀ ਲੈ ਦੇ। ਮੈਨੂੰ ਮੇਰੇ ਬਾਪੂ ਨੂੰ ਕਤਲ ਕਰਨ ਵਾਲੇ, ਗੋਲੀਆਂ ਚਲਾਉਣ ਵਾਲੇ, ਬੇਅਦਬੀ ਕਰਨ ਵਾਲੇ ਦੋਸ਼ੀ ਜੇਲ੍ਹਾਂ 'ਚ ਚਾਹੀਦੇ ਆ। ਉਹ ਸਾਨੂੰ ਜੇ ਕੋਈ ਪੋਲੀਟੀਸ਼ੀਅਨ ਲੈ ਕੇ ਦੇ ਸਕਦਾ ਲੈ ਕੇ ਦੇਵੇ। ਪਰ ਮੈਂ ਮੰਨਦਾ ਕਿਉਂਕਿ 4.5 ਸਾਲ ਦਾ ਜਿਹੜੀ ਪੋਲੀਟੀਸ਼ੀਅਨ, ਜਿਹੜੀ ਸਰਕਾਰ ਇਸ ਚੀਜ਼ ਨੂੰ ਲੈ ਕੇ ਆਈ ਸੀ, ਉਹ ਨਹੀਂ ਇਨਸਾਫ ਲੈ ਕੇ ਦੇ ਸਕੀ, ਤਾਂ ਨਵੇਂ ਕਿੱਥੋਂ ਲੈਣਗੇ? ਜਿਹੜੀ ਪੰਜਾਬ 'ਚ ਪਹਿਲਾਂ ਵੀ ਰਾਜ ਕਰ ਚੁੱਕੀ ਆ, ਜਾਂ ਪੰਜਾਬ ਦੀ ਇੱਕ ਨੈਸ਼ਨਲ ਪਾਰਟੀ ਆ ਕਾਂਗਰਸ, ਪੂਰੇ ਭਾਰਤ ਦੀ ਪਾਰਟੀ ਆ, ਤਾਂ ਉਹ ਨਹੀਂ ਸਾਨੂੰ ਉੱਥੇ ਕੋਈ ਹੱਥ ਕੰਡਾ ਜਾਂ ਬਾਹ ਫੜਾ ਸਕੀ ਕਿਸੇ ਦੀ ਵੀ ਇਹ ਦੋਸ਼ੀ ਹੈ, ਇਹਦੇ 'ਚ ਉਹ ਨਹੀਂ ਉਹਨੂੰ ਡਿਫੈਂਡ ਕਰ ਸਕੀ, ਤਾਂ ਹੋਰ ਕਿਹਨੇ ਕਰਨਾ? ਤੁਹਾਨੂੰ ਲੱਗਦਾ ਆਉਣ ਵਾਲੇ ਦਿਨਾਂ ਦੇ ਵਿੱਚ ਕੁਛ ਨਾ ਕੁਛ ਬਦਲੂਗਾ, ਜਾਂ ਤੁਹਾਨੂੰ ਕੀ ਇਹ ਲੱਗਦਾਗਾ ਵੀ ਕਿੱਦਾਂ ਇਨਸਾਫ ਹੋਊਗਾ? ਕੋਈ ਉਮੀਦ ਹੈ? ਬਈ ਉਮੀਦ ਇਕੱਲੇ ਵਾਹਿਗੁਰੂ ਤੇ ਆ, ਬੰਦੇ ਤੇ ਉਮੀਦ ਨਹੀਂ ਰਹੀ ਕਿਸੇ ਦੀ ਵੀ। ਬਈ ਉਸ ਵਾਹਿਗੁਰੂ ਦੀ ਕਚਹਿਰੀ 'ਚ ਆਸ ਵੀ ਆ, ਉਮੀਦ ਵੀ ਆ, ਤੇ ਉਸ 'ਤੇ ਵਿਸ਼ਵਾਸ ਵੀ ਆ ਕਿ ਸਾਨੂੰ ਇਨਸਾਫ ਮਿਲੂਗਾ। ਹਮੇਸ਼ਾ ਸਾਡੇ ਨਾਲ ਧਰੋਹ ਕਮਾਇਆ ਗਿਆ, ਉਹ ਚਾਹੇ ਸਾਡਿਆਂ ਵੱਲੋਂ ਹੋ ਗਿਆ, ਚਾਹੇ ਅਫਸਰਾਂ ਵੱਲੋਂ ਹੋ ਗਿਆ, ਸਾਰੇ ਪਾਸਿਓਂ ਇਹੀ ਗੱਲ ਸਾਨੂੰ ਦੇਖਣ ਨੂੰ ਮਿਲੀ ਆ। ਫਿਰ ਜ਼ਿਆਦਾ ਹੋਈ ਆ ਨਾ ਗਿਲਾ ਗੁੱਸਾ ਸਾਡਿਆਂ 'ਤੇ ਆ ਜਾਂਦਾ ਵੀ ਜੇ ਸਾਡਾ ਹੀ ਇੱਥੇ ਪ੍ਰੈਸ਼ਰ ਬਣਿਆ ਹੁੰਦਾ ਤਾਂ ਆਹ ਰਾਹ ਸਾਨੂੰ ਦੇਖਣੇ ਨਾ ਪੈਂਦੇ, ਸਾਨੂੰ ਵਾਰ-ਵਾਰ ਜਲੀਲ ਨਾ ਹੋਣਾ ਪੈਂਦਾ। ਜੀ ਸੁਖਰਾਜ ਜੀ, ਧੰਨਵਾਦ। ਧੰਨਵਾਦ ਬਾਈ। ਸੋ ਇਹ ਸੀ ਸੁਖਰਾਜ ਸਿੰਘ, ਕ੍ਰਿਸ਼ਨ ਭਗਵਾਨ ਜੀ ਦੇ ਸਪੁੱਤਰ ਨੇ। ਸੋ ਬਹੁਤ ਚੀਜ਼ਾਂ ਪੰਜਾਬ ਦੇ ਵਿੱਚ ਨਵੀਆਂ ਹੋ ਰਹੀਆਂ ਪੰਜਾਬ ਦੀ ਰਾਜਨੀਤੀ ਦੇ ਵਿੱਚ, ਪਰ ਇਹ ਪਰਿਵਾਰ ਉੱਥੇ ਹੀ ਖੜ੍ਹੇ ਨੇ ਅਤੇ ਇਹਨਾਂ ਦੀ ਉਹੀ ਗੱਲ ਆ। ਪਿਛਲੇ ਅਸੀਂ 2 ਮਹੀਨਿਆਂ ਤੋਂ ਲਗਾਤਾਰ ਇਹ ਪਰਿਵਾਰ ਦੇ ਨਾਲ ਮੁਲਾਕਾਤਾਂ ਕਰ ਰਹੇ ਹਾਂ, ਗੱਲ ਉੱਥੇ ਹੀ ਆ ਕੇ ਖੜ੍ਹਦੀ ਆ ਵੀ ਇਨਸਾਫ। ਅਤੇ ਇਹਨਾਂ ਨੇ ਵੀ ਜਿਵੇਂ ਕਹਿਤਾ ਵੀ ਪ੍ਰਮਾਤਮਾ 'ਤੇ ਹੀ ਭਰੋਸਾ ਹੈਗਾ, ਕਿਸੇ ਇਨਸਾਨ 'ਤੇ ਭਰੋਸਾ ਨਹੀਂ। ਫਿਰ ਬਣੇ ਰਹਾਂਗੇ ਇਸ ਖਬਰ ਦੇ ਨਾਲ। ਹੁਣ ਆਪਣੇ ਦੋਸਤ ਰਤਨਦੀਪ ਸਿੰਘ ਧਾਲੀਵਾਲ ਨੂੰ ਦਿਓ ਇਜਾਜ਼ਤ। ਦੇਖਦੇ ਰਹੋ RMB ਟੈਲੀਵਿਜ਼ਨ। ਧੰਨਵਾਦ ਜੀ।